प्यारे विद्यार्थियों, अज दी समाजिक सिक्ख्या दी इस जमात दे विच तुहाडा सब दा स्वागत। इस तो पहला असी पाग नागरिक शास्त्र दे 10वें पाठ दे लोकतंत्र दा अर्थ अते महत्व दे कुछ भाग नूं जिवें कि लोकतंत्र दा स्वरूप या लोकतंत्र दीयां परिभाषावां अते लोकतंत्र दे मुढ़ले सिद्धांत नूं इस तो पिछली जमात दे विच तुहाडे नाल साझा कर चुके हाँ। अज उसे कड़ी नूं अगे वधाउंदे होए पाठ लोकतंत्र दा अर्थ अते महत्व दे विच साडा अगला पॉइंट लोकतंत्र दा महत्व, इस दे बारे गल करांगे। प्यारे विद्यार्थियों, लोकतंत्र शासन प्रणाली वांगू कई होर शासन प्रणालियां हैं। इन्हां सारियां शासन प्रणालियां दे विच अपने अपने गुण अते औगण हैं, पर बहुते देशां दे विच अज दे समय विच लोकतंत्र प्रणाली नूं अपनाया जा रहा है। भावें कि लोकतंत्र शासन प्रणाली दीयां अपनियां कुछ कमियां हुंदियां हन, पर फिर भी ये शासन प्रणाली होर शासन प्रणालियां दे नालों ज़्यादा महत्वपूर्ण है। इसकी महत्ता का पता सानू हेठ लिखे सिरलेखां तो लगता है। सब तो पहला महत्व खूनी क्रांति की घट संभावना। लोकतंत्री शासन प्रणाली दे विच लोक सरकार नूं शांतिपूर्वक ढंगां नाल अपने मतदान की वरतों करके बदल सकते हैं। सरकारां नूं बदलण दे लई खून खराबे की लोड़ नहीं पैंदी। भाव असी पहला लोकतंत्र के सिद्धांतां की गल कर रहे सी। लोकतंत्र के सिद्धांतां दे विच दस्सिया गया सी कि यह हिंसात्मक साधना के विरुद्ध है। भाव शांतिपूर्वक ढंगां दे नाल ही असी लोकतंत्री शासन प्रणाली दे विच सरकार नूं बना सकते हाँ या बदल सकते हैं। इस तो बाद साडा अगला पॉइंट है देश भगती की भावना दे विच वाधा। जो लोकतंत्री शासन प्रणाली है, ये साडे लोकां दे अंदर देश भगती की भावना पैदा करती है। जदों जनता अपने प्रतिनिधियों नूं चुनती है तो उन्हां दे अंदर ये भावना आउंदी है कि असी भी देश के शासन नूं चलाउण दे विच भागीदार हाँ, हिस्सेदार हाँ, ये देश साडा है। तां अजिही एक शासन प्रणाली है जो अपने नागरिकों दे विच देश भगती की भावना पैदा करती है। तीसरा पॉइंट लोकतंत्र समानता ते आधारित है। लोकतंत्र नैतिक स्वरूप की प्रणाली है क्योंकि इस विच किसी भी तरह का
ਵਿਤਕਰਾ ਨਹੀਂ ਕੀਤਾ ਜਾਂਦਾ। ਇਸ ਦੇ ਵਿੱਚ ਵਿਅਕਤੀ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ, ਉਹਨਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੇ ਲਈ ਇੱਕ ਸਮਾਨ ਆਜ਼ਾਦੀ ਮਿਲਦੀ ਹੈ। ਲੋਕਤੰਤਰ ਦੇ ਵਿੱਚ ਹਰ ਵਿਅਕਤੀ ਦੀ ਵੋਟ ਦੀ ਜੋ ਕੀਮਤ ਹੈ ਉਹ ਬਰਾਬਰ ਹੈ, ਭਾਵੇਂ ਕਿ ਉਹ ਇੱਕ ਆਦਮੀ ਹੈ, ਭਾਵੇਂ ਇੱਕ ਔਰਤ ਹੈ, ਭਾਵੇਂ ਇੱਕ ਅਮੀਰ ਹੈ, ਭਾਵੇਂ ਇੱਕ ਗਰੀਬ ਹੈ, ਭਾਵੇਂ ਉਹ 80 ਸਾਲ ਦਾ ਹੈ, ਭਾਵੇਂ ਉਹ 18 ਸਾਲ ਦਾ ਹੈ। ਇਸ ਤਰੀਕੇ ਦੇ ਨਾਲ ਲੋਕਤੰਤਰ ਦੇ ਵਿੱਚ ਕਿਸੇ ਵੀ ਆਧਾਰ ਦੇ ਉੱਪਰ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਇਹ ਸਮਾਨਤਾ ਤੇ ਆਧਾਰਿਤ ਹੈ। ਚੌਥਾ ਜੋ ਪੁਆਇੰਟ ਹੈ ਲੋਕਤੰਤਰ ਦੇ ਮਹੱਤਵ ਦਾ, ਉਹ ਹੈ ਲੋਕ ਮਤ ਦੀ ਪ੍ਰਤੀਨਿਧਤਾ। ਲੋਕਤੰਤਰੀ ਸਰਕਾਰ ਲੋਕਾਂ ਦੀ ਅਸਲੀ ਪ੍ਰਤੀਨਿਧ ਸਰਕਾਰ ਹੁੰਦੀ ਹੈ। ਲੋਕਤੰਤਰ ਸਰਕਾਰ ਸ਼ਾਸਤ ਲੋਕਾਂ ਦੀ ਸਧਾਰਨ ਇੱਛਾ ਅਨੁਸਾਰ ਕਾਨੂੰਨ ਬਣਾਉਂਦੀ ਹੈ। ਲੋਕਤੰਤਰ ਸਰਕਾਰ ਲੋਕਾਂ ਦੀ ਰਾਏ ਨੂੰ, ਲੋਕ ਮਤ ਨੂੰ ਅਣਗੌਲਿਆ ਨਹੀਂ ਕਰ ਸਕਦੀ ਅਤੇ ਜੋ ਵੀ ਸਰਕਾਰ ਲੋਕ ਮਤ ਦੀ ਉਲੰਘਣਾ ਕਰਦੀ ਹੈ ਉਸ ਨੂੰ ਲੋਕ ਅਗਲੀਆਂ ਚੋਣਾਂ ਦੇ ਵਿੱਚ ਹਰਾ ਕੇ ਬਦਲ ਦਿੰਦੇ ਹਨ। ਭਾਵ ਕਿ ਲੋਕ ਮਤ ਦੀ ਪ੍ਰਤੀਨਿਧਤਾ ਜੋ ਹੈ ਉਹ ਲੋਕਤੰਤਰ ਦਾ ਇੱਕ ਮਹੱਤਵ ਹੈ। ਇਸ ਤੋਂ ਬਾਅਦ ਸਾਡਾ ਅਗਲਾ ਪੁਆਇੰਟ, ਪੰਜਵਾਂ ਪੁਆਇੰਟ ਹੈ ਲੋਕਤੰਤਰ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਉਂਦਾ ਹੈ। ਕੇਵਲ ਲੋਕਤੰਤਰ ਸਰਕਾਰ ਵਿੱਚ ਹੀ ਵਿਅਕਤੀਆਂ ਦੀਆਂ ਆਜ਼ਾਦੀਆਂ ਅਤੇ ਅਧਿਕਾਰਾਂ ਨੂੰ ਕਾਇਮ ਰੱਖਿਆ ਜਾਂਦਾ ਹੈ। ਲੋਕਤੰਤਰ ਵਿੱਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ, ਸ਼ਾਂਤੀਪੂਰਵਕ ਇਕੱਠੇ ਹੋਣ ਦੀ ਆਜ਼ਾਦੀ, ਸੰਘ ਜਾਂ ਯੂਨੀਅਨ ਬਣਾਉਣ ਦੀ ਆਜ਼ਾਦੀ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਲੋਕਤੰਤਰ ਵਿੱਚ ਪ੍ਰੈਸ ਨੂੰ ਵੀ ਸੁਤੰਤਰ ਰੱਖਿਆ ਜਾਂਦਾ ਹੈ। ਭਾਵ ਕਿ ਜਦੋਂ ਕਿਸੇ ਦੇਸ਼ ਦੇ ਵਿੱਚ ਲੋਕਤੰਤਰ ਨੂੰ ਅਪਣਾਇਆ ਜਾਂਦਾ ਹੈ ਤਾਂ ਉਸ ਦੇਸ਼ ਦੇ ਜੋ ਨਾਗਰਿਕ ਹਨ ਉਹਨਾਂ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੁੰਦੀ ਹੈ। ਉਹ ਆਪਣੀ ਵਿਚਾਰ ਸਾਰੇ ਸਮਾਜ ਦੇ ਸਾਹਮਣੇ ਰੱਖ ਸਕਦੇ ਹਨ। ਵਿਚਾਰ ਰੱਖਣ ਦੇ ਨਾਲ ਨਾਲ ਉਹ ਸ਼ਾਂਤੀਪੂਰਵਕ ਢੰਗ ਨਾਲ ਇਕੱਠੇ ਵੀ ਹੋ ਸਕਦੇ ਹਨ। ਭਾਵ ਕਿਸੇ ਥਾਂ ਤੇ ਇਕੱਠ ਕਰਕੇ ਉਹ ਵਿਚਾਰ ਚਰਚਾ ਕਰ ਸਕਦੇ ਹਨ। ਇਕੱਠ ਹੋਣ ਦੇ ਨਾਲ ਨਾਲ ਉਹ ਕਿਸੇ ਸੰਘ ਜਾਂ ਯੂਨੀਅਨ ਨੂੰ ਵੀ ਬਣਾ ਸਕਦੇ ਹਨ। ਉਦਾਹਰਨ ਦੇ ਤੌਰ ਦੇ ਉੱਪਰ ਸਾਡੇ ਦੇਸ਼ ਭਾਰਤ ਦੇ ਵਿੱਚ ਲੋਕਤੰਤਰ ਹੈ ਅਤੇ ਇਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸੰਘ ਬਣੇ ਹੋਏ ਹਨ। ਅਲੱਗ-ਅਲੱਗ ਤਰ੍ਹਾਂ ਦੀਆਂ ਇੱਥੇ ਯੂਨੀਅਨਸ ਬਣੀਆਂ ਹੋਈਆਂ ਹਨ, ਭਾਵੇਂ ਉਹ ਮਜ਼ਦੂਰ ਯੂਨੀਅਨਾਂ ਹਨ, ਭਾਵੇਂ ਕਿ ਉਹ ਕਿਸਾਨ ਯੂਨੀਅਨਾਂ ਹਨ। ਇਹ ਸਾਰੀਆਂ ਯੂਨੀਅਨਾਂ ਸ਼ਾਂਤੀਪੂਰਵਕ ਢੰਗ ਦੇ ਨਾਲ ਇਕੱਠ ਕਰ ਸਕਦੀਆਂ ਹਨ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੀਆਂ ਹਨ। ਵਿਚਾਰ ਪ੍ਰਗਟ ਕਰਨ ਦੇ ਨਾਲ ਨਾਲ ਜੇਕਰ ਉਹਨਾਂ ਨੂੰ ਕਿਸੇ ਨੀਤੀ ਨੂੰ ਆਲੋਚਨਾ ਕਰਨਾ ਚਾਹੁੰਦੇ ਹਨ, ਕਿਸੇ ਨੀਤੀ ਨੂੰ ਚੰਗਾ ਨਹੀਂ ਸਮਝਦੇ, ਤਾਂ ਆਲੋਚਨਾ ਕਰਨ ਦਾ ਅਧਿਕਾਰ ਵੀ ਲੋਕਾਂ ਨੂੰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ, ਲੋਕਤੰਤਰ ਵਿੱਚ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਵਧੇਰੇ ਮਿਲਦੀ ਹੈ। ਇੱਕ ਬੜਾ ਮਹੱਤਵਪੂਰਨ ਪੁਆਇੰਟ ਹੈ। ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਲੋਕਤੰਤਰ ਵਿੱਚ ਨਿਯਮਿਤ ਚੋਣਾਂ ਹੁੰਦੀਆਂ ਹਨ। ਨਿਯਮਿਤ ਚੋਣਾਂ ਤੋਂ ਭਾਵ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੋਣਾਂ ਹੁੰਦੀਆਂ ਹੀ ਹੁੰਦੀਆਂ ਹਨ। ਇਹਨਾਂ ਚੋਣਾਂ ਦੇ ਸਮੇਂ ਵੱਖ-ਵੱਖ ਜੋ ਕੈਂਡੀਡੇਟ ਹਨ ਉਹ ਚੋਣ ਪ੍ਰਚਾਰ ਕਰਦੇ ਹਨ ਅਤੇ ਇਸ ਚੋਣ ਪ੍ਰਚਾਰ ਦੇ ਦੁਆਰਾ ਉਹ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦਿੰਦੇ ਹਨ।
ਵੱਖ-ਵੱਖ ਦਲ ਆਪੋ ਆਪਣੀਆਂ ਨੀਤੀਆਂ ਅਤੇ ਆਪਣੇ ਪ੍ਰੋਗਰਾਮ ਜਨਤਾ ਦੇ ਸਾਹਮਣੇ ਰੱਖਦੇ ਹਨ। ਵੋਟਰ ਆਪਣੇ ਤਰਕ ਦੇ ਆਧਾਰ ਦੇ ਉੱਪਰ, ਆਪਣੀ ਸੋਚ ਦੇ ਆਧਾਰ ਦੇ ਉੱਪਰ ਇਹਨਾਂ ਨੀਤੀਆਂ ਦਾ, ਇਹਨਾਂ ਦਾ ਪ੍ਰੋਗਰਾਮਾਂ ਦਾ ਮੁਲਾਂਕਣ ਕਰਦੇ ਹਨ ਅਤੇ ਉਸ ਤੋਂ ਬਾਅਦ ਆਪਣਾ ਉਮੀਦਵਾਰ ਪਸੰਦ ਕਰਦੇ ਹਨ ਅਤੇ ਉਸ ਪਸੰਦ ਕੀਤੇ ਹੋਏ ਉਮੀਦਵਾਰ ਨੂੰ ਵੋਟ ਪਾਉਂਦੇ ਹਨ, ਉਸ ਦੇ ਹੱਕ ਦੇ ਵਿੱਚ ਆਪਣਾ ਵੋਟ ਪਾਉਂਦੇ ਹਨ। ਇਸ ਤਰ੍ਹਾਂ ਦੇ ਨਾਲ ਸ਼ਾਸਨ ਪ੍ਰਣਾਲੀ, ਜੋ ਲੋਕਤੰਤਰ ਸ਼ਾਸਨ ਪ੍ਰਣਾਲੀ ਹੈ, ਇਹ ਇੱਕ ਸਿੱਖਿਆ ਦਾ ਸਾਧਨ ਹੈ। ਸੋ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਇਹ ਚੋਣਾਂ ਹੁੰਦੀਆਂ ਹਨ, ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਹੈ, ਇਹ ਸਾਰਾ ਹੀ ਆਪਣੇ ਲੋਕਾਂ ਨੂੰ, ਆਪਣੇ ਨਾਗਰਿਕਾਂ ਨੂੰ ਰਾਜਨੀਤਿਕ ਸਿੱਖਿਆ ਦੇਣ ਦੇ ਵਿੱਚ ਬਹੁਮੁੱਲਾ ਯੋਗਦਾਨ ਪਾਉਂਦਾ ਹੈ। ਇਸ ਤੋਂ ਬਾਅਦ ਸਾਡਾ 7ਵਾਂ ਪੁਆਇੰਟ, ਲੋਕਤੰਤਰ ਵਿੱਚ ਸ਼ਾਂਤੀ ਦੀ ਵਿਵਸਥਾ ਬਣੀ ਰਹਿੰਦੀ ਹੈ, ਇਸ ਕਰਕੇ ਤਰੱਕੀ ਹੁੰਦੀ ਹੈ। ਲੋਕਤੰਤਰ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਸ਼ਾਂਤੀ ਦੀ ਵਿਵਸਥਾ ਬਣੀ ਰਹਿੰਦੀ ਹੈ ਅਤੇ ਤਰੱਕੀ ਵਧੇਰੇ ਹੁੰਦੀ ਹੈ। ਲੋਕਤੰਤਰ ਸ਼ਾਸਨ ਪ੍ਰਣਾਲੀ ਦੇ ਨਾਲ ਜੋ ਲੋਕ ਹਨ, ਉਹ ਸ਼ਾਂਤਮਈ ਢੰਗ ਦੇ ਨਾਲ ਰਹਿਣ ਦੇ ਯੋਗ ਹੁੰਦੇ ਹਨ, ਕਿਉਂਕਿ ਲੋਕਤੰਤਰੀ ਪ੍ਰਣਾਲੀ ਹਿੰਸਾਤਮਕ ਸਾਧਨਾਂ ਤੋਂ ਪਰੇ ਹੈ, ਹਿੰਸਾਤਮਕ ਸਾਧਨਾਂ ਤੋਂ ਦੂਰ ਹੈ ਅਤੇ ਸ਼ਾਂਤੀ ਨਾਲ ਲੋਕਾਂ ਨੂੰ ਜਿਉਣਾ ਸਿਖਾਉਂਦੀ ਹੈ ਅਤੇ ਸ਼ਾਂਤੀ ਦੇ ਨਾਲ ਹੀ ਇਹ ਜਿਹੜੀ ਜਨਤਾ ਨੂੰ ਤਰੱਕੀ ਦੇ ਰਾਹ 'ਤੇ ਚੱਲਣ ਦੇ ਲਈ ਪ੍ਰੇਰਦੀ ਹੈ। ਲੋਕਤੰਤਰ ਦੇ ਮਹੱਤਵ ਦਾ 8ਵਾਂ ਪੁਆਇੰਟ, ਲੋਕਤੰਤਰ ਵਿੱਚ ਜਨਤਾ ਅੰਦਰ ਨੈਤਿਕ ਗੁਣਾਂ ਦਾ ਵਿਕਾਸ ਹੁੰਦਾ ਹੈ। ਹੋਰ ਸ਼ਾਸਨ ਪ੍ਰਣਾਲੀਆਂ ਦੇ ਮੁਕਾਬਲੇ ਜੇਕਰ ਅਸੀਂ ਲੋਕਤੰਤਰ ਦੀ ਗੱਲ ਕਰੀਏ ਤਾਂ ਇਹ ਲੋਕਾਂ ਦੇ ਵਿੱਚ ਜ਼ਿਆਦਾ ਵਧੀਆ ਗੁਣ ਪੈਦਾ ਕਰਦੀ ਹੈ। ਲੋਕਾਂ ਦਾ ਜੋ ਆਚਰਣ ਹੈ, ਲੋਕਾਂ ਦਾ ਚਰਿੱਤਰ ਹੈ, ਉਸ ਨੂੰ ਉੱਚਾ ਚੁੱਕਣ ਦੇ ਵਿੱਚ ਮਦਦ ਕਰਦੀ ਹੈ ਅਤੇ ਲੋਕਾਂ ਦੇ ਵਿੱਚ ਇਹ ਸਹਿਣਸ਼ੀਲਤਾ, ਸਹਿਯੋਗ ਅਤੇ ਆਤਮ ਬਲਿਦਾਨ ਜਿਹੇ ਜੋ ਗੁਣ ਹੈ, ਉਹ ਸਿਖਾਉਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਜੋ 8 ਪੁਆਇੰਟ ਹਨ, ਇਹਨਾਂ ਤੋਂ ਸਾਨੂੰ ਪਤਾ ਲੱਗ ਗਿਆ ਹੈ ਕਿ ਲੋਕਤੰਤਰ ਦਾ ਮਹੱਤਵ ਕੀ ਹੈ ਅਤੇ ਜੋ ਅਧਿਕਾਰ ਅਤੇ ਜੋ ਆਜ਼ਾਦੀਆਂ ਲੋਕਾਂ ਨੂੰ ਲੋਕਤੰਤਰ ਦੇ ਵਿੱਚ ਮਿਲਦੀਆਂ ਹਨ, ਉਹ ਕਿਸੇ ਵੀ ਹੋਰ ਸ਼ਾਸਨ ਪ੍ਰਣਾਲੀ ਦੇ ਵਿੱਚ ਨਹੀਂ ਮਿਲਦੀਆਂ। ਇਸੇ ਕਰਕੇ ਲੋਕਤੰਤਰ ਸ਼ਾਸਨ ਪ੍ਰਣਾਲੀ ਨੂੰ ਅੱਜ ਦੇ ਯੁੱਗ ਦੇ ਵਿੱਚ ਹਰਮਨ ਪਿਆਰਾ ਮੰਨਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਹ ਸੀ ਲੋਕਤੰਤਰ ਦਾ ਮਹੱਤਵ ਅਤੇ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੇ ਬਾਰੇ ਗੱਲ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਕੋਈ ਵੀ ਰਾਹ ਸਵੱਲਾ ਨਹੀਂ ਹੁੰਦਾ। ਕਿਸੇ ਵੀ ਰਾਹ 'ਤੇ ਅਸੀਂ ਤੁਰਦੇ ਹਾਂ ਤਾਂ ਉਸ ਰਾਹ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ। ਇਸੇ ਤਰੀਕੇ ਨਾਲ ਜੋ ਲੋਕਤੰਤਰੀ ਸ਼ਾਸਨ ਪ੍ਰਣਾਲੀ ਹੈ, ਭਾਵੇਂ ਕਿ ਇਸ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ, ਪਰ ਇਸ ਦੇ ਰਸਤੇ ਦੇ ਵਿੱਚ ਵੀ ਬਹੁਤ ਸਾਰੀਆਂ ਰੁਕਾਵਟਾਂ ਹਨ, ਜਿਨ੍ਹਾਂ ਰੁਕਾਵਟਾਂ ਦੇ ਕਾਰਨ ਇਹ ਜੋ ਲੋਕਤੰਤਰ ਹੈ ਉਹ ਸਫਲਤਾਪੂਰਵਕ ਨਹੀਂ ਚੱਲ ਰਿਹਾ। ਜ਼ਰੂਰੀ ਹੈ ਕਿ ਸਾਨੂੰ ਇਹਨਾਂ ਰੁਕਾਵਟਾਂ ਦਾ ਚੰਗੀ ਤਰ੍ਹਾਂ ਪਤਾ ਹੋਵੇ। ਲੋਕਤੰਤਰ ਦੇ ਰਾਹ ਦੇ ਵਿੱਚ ਸਭ ਤੋਂ ਜੋ ਪਹਿਲੀ ਰੁਕਾਵਟ ਹੈ ਉਹ ਹੈ ਖੇਤਰਵਾਦ।
ਲੋਕਾਂ ਦੇ ਅੰਦਰ ਖੇਤਰਵਾਦ ਦੀ ਜੋ ਭਾਵਨਾ ਹੈ ਉਹ ਲੋਕਤੰਤਰ ਨੂੰ ਖਤਰੇ ਵਿੱਚ ਪਾ ਦਿੰਦੀ ਹੈ। ਲੋਕ ਆਪਣੀ ਸੋਚ ਨੂੰ ਛੋਟਾ ਕਰ ਲੈਂਦੇ ਹਨ ਅਤੇ ਉਹ ਆਪਣੇ ਦੇਸ਼ ਦੇ, ਆਪਣੇ ਰਾਸ਼ਟਰ ਦੇ ਹਿੱਤਾਂ ਦੀ ਥਾਂ ਦੇ ਉੱਪਰ ਆਪਣੇ ਖੇਤਰੀ ਹਿੱਤਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ, ਜਿਸ ਨਾਲ ਰਾਸ਼ਟਰੀ ਏਕਤਾ ਭੰਗ ਹੁੰਦੀ ਹੈ। ਭਾਵ ਬੇਟਾ, ਭਾਰਤ ਇੱਕ ਬੜਾ ਵਿਸ਼ਾਲ ਦੇਸ਼ ਹੈ, ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਇਹ ਦੇਸ਼ ਦੇ ਵਿੱਚ ਵੀ ਅਲੱਗ-ਅਲੱਗ ਖੇਤਰ ਹਨ। ਉਹਨਾਂ ਲੋਕਾਂ ਦੇ ਜਿਹੜੀ ਖੇਤਰਵਾਦ ਦੀ ਭਾਵਨਾ ਹੈ ਬਹੁਤ ਹੀ ਕਈ ਖੇਤਰਾਂ ਦੇ ਵਿੱਚ ਜ਼ਿਆਦਾ ਹੈ। ਉਹ ਪੂਰੇ ਦੇਸ਼ ਦੀ ਨਾ ਸੋਚ ਕੇ ਸਿਰਫ ਆਪਣੇ ਖੇਤਰ ਬਾਰੇ ਸੋਚਦੇ ਹਨ ਤੇ ਇਸ ਖੇਤਰਵਾਦ ਦੀ ਭਾਵਨਾ ਦੇ ਕਾਰਨ ਹੀ ਜੋ ਲੋਕਤੰਤਰ ਹੈ ਉਸ ਨੂੰ ਖਤਰਾ ਪੈਦਾ ਹੋ ਜਾਂਦਾ ਹੈ ਜਾਂ ਉਹਨਾਂ ਉਹ ਪ੍ਰਭਾਵਸ਼ਾਲੀ ਨਹੀਂ ਰਹਿੰਦਾ। ਇਸ ਤੋਂ ਬਾਅਦ ਜੋ ਦੂਸਰੀ ਰੁਕਾਵਟ ਲੋਕਤੰਤਰ ਦੇ ਸਾਹਮਣੇ ਆਉਂਦੀ ਹੈ ਉਹ ਹੈ ਬਿਮਾਰੀ। ਇਹ ਵੀ ਲੋਕਤੰਤਰ ਦੇ ਵਿੱਚ, ਲੋਕਤੰਤਰ ਦੇ ਰਸਤੇ ਦੇ ਵਿੱਚ ਇੱਕ ਰੁਕਾਵਟ ਹੈ, ਕਿਉਂਕਿ ਕਈ ਵਾਰ ਲੰਬੀ ਬਿਮਾਰੀ ਜੋ ਭੋਗ ਰਿਹਾ ਵਿਅਕਤੀ ਹੈ ਉਸ ਨੂੰ ਜਨਤਕ ਮਸਲਿਆਂ ਦੇ ਵਿੱਚ ਕੋਈ ਰੁਚੀ ਨਹੀਂ ਰਹਿੰਦੀ। ਜੋ ਵਿਅਕਤੀ ਆਪਣੀ ਬਿਮਾਰੀ ਦੇ ਨਾਲ ਹੀ ਲੜ ਰਿਹਾ ਹੈ ਉਹ ਦੇਸ਼ ਦੇ ਮਸਲਿਆਂ ਦੇ ਪ੍ਰਤੀ ਜ਼ਿਆਦਾ ਗੰਭੀਰਤਾ ਨਹੀਂ ਦਿਖਾ ਸਕਦਾ। ਇਸ ਤੋਂ ਬਾਅਦ ਅਗਲੀ ਜੋ ਪਰੇਸ਼ਾਨੀ ਹੈ, ਜੋ ਰੁਕਾਵਟ ਹੈ, ਉਹ ਹੈ ਜਾਤੀਵਾਦ ਅਤੇ ਸੰਪਰਦਾਇਕਤਾ। ਭਾਰਤ ਇੱਕ ਵਿਸ਼ਾਲ ਦੇਸ਼ ਹੈ, ਇਸ ਵਿੱਚ ਅਲੱਗ-ਅਲੱਗ ਜਾਤੀਆਂ ਦੇ ਲੋਕ, ਅਲੱਗ-ਅਲੱਗ ਸੰਪਰਦਾਵਾਂ ਦੇ ਲੋਕ ਰਹਿੰਦੇ ਹਨ ਅਤੇ ਉਹ ਸਿਰਫ ਆਪਣੀ ਜਾਤੀ ਜਾਂ ਆਪਣੇ ਸੰਪਰਦਾਇ ਦੇ ਭਲੇ ਲਈ ਸੋਚਦੇ ਹਨ ਅਤੇ ਇਹ ਜੋ ਸੋਚ ਹੈ ਇਹ ਸਮਾਜ ਦੇ ਵਿੱਚ ਨਫ਼ਰਤ ਨੂੰ ਪੈਦਾ ਕਰਦੀ ਹੈ, ਸਮਾਜ ਦੇ ਵਿੱਚ ਤਣਾਅ ਨੂੰ ਪੈਦਾ ਕਰਦੀ ਹੈ ਅਤੇ ਇਹ ਜਾਤੀਵਾਦ ਤੇ ਸੰਪਰਦਾਇਕਤਾ ਹੈ। ਇਸ ਦੇ ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੁੰਦਾ ਹੈ। ਇਸ ਤੋਂ ਬਾਅਦ ਜੋ ਵੱਡੀ ਰੁਕਾਵਟ ਲੋਕਤੰਤਰ ਦੇ ਰਾਹ ਵਿੱਚ ਹੈ ਉਹ ਹੈ ਅਨਪੜ੍ਹਤਾ, ਕਿਉਂਕਿ ਜੋ ਅਨਪੜ੍ਹ ਲੋਕ ਹੁੰਦੇ ਹਨ ਉਹਨਾਂ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਦਾ ਪਤਾ ਨਹੀਂ ਹੁੰਦਾ। ਲੋਕਤੰਤਰੀ ਕਦਰਾਂ ਕੀਮਤਾਂ ਡਾਊਨ ਜਾਂਦੀਆਂ ਹਨ, ਉਹਨਾਂ ਦਾ ਪਤਨ ਹੋ ਜਾਂਦਾ ਹੈ ਅਤੇ ਇੱਕ ਅਨਪੜ੍ਹ ਵਿਅਕਤੀ ਲੋਕਤੰਤਰ ਦੇ ਵਿੱਚ ਵਧੀਆ ਭੂਮਿਕਾ, ਇੱਕ ਅਹਿਮ ਭੂਮਿਕਾ ਨਹੀਂ ਨਿਭਾ ਸਕਦਾ, ਕਿਉਂਕਿ ਅਜਿਹੇ ਅਨਪੜ੍ਹ ਵਿਅਕਤੀ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਜੋ ਦੇਸ਼ ਦੀਆਂ ਹਨ ਉਹਨਾਂ ਬਾਰੇ ਕੋਈ ਵੀ ਸਹੀ ਜਾਣਕਾਰੀ ਨਹੀਂ ਹੁੰਦੀ ਅਤੇ ਅਨਪੜ੍ਹ ਵਿਅਕਤੀ ਉਹ ਚਲਾਕ ਅਤੇ ਸਵਾਰਥੀ ਨੇਤਾਵਾਂ ਦੇ ਝੂਠੇ ਵਾਅਦਿਆਂ ਵਿੱਚ ਆ ਕੇ ਆਪਣੇ ਵੋਟ ਦੀ ਵਰਤੋਂ ਗਲਤ ਕਰ ਸਕਦਾ ਹੈ। ਇਸ ਤੋਂ ਬਾਅਦ ਇੱਕ ਜੋ ਵੱਡੀ ਸਮੱਸਿਆ ਲੋਕਤੰਤਰ ਦੇ ਰਾਹ ਦੇ ਵਿੱਚ ਹੈ, ਵੱਡੀ ਰੁਕਾਵਟ ਜੋ ਲੋਕਤੰਤਰ ਦੇ ਰਾਹ ਦੇ ਵਿੱਚ ਹੈ ਉਹ ਹੈ ਗਰੀਬੀ। ਗਰੀਬ ਵਿਅਕਤੀ ਕਈ ਵਾਰ ਆਪਣੀ ਵੋਟ ਨੂੰ ਵੇਚਣ ਲਈ ਮਜਬੂਰ ਹੋ ਜਾਂਦਾ ਹੈ। ਗਰੀਬ ਵਿਅਕਤੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਖੁੱਲ੍ਹ ਕੇ ਨਹੀਂ ਕਰ ਸਕਦੇ। ਕਈ ਵਾਰ ਉਹ ਆਪਣੇ ਮਤ ਦਾ ਪ੍ਰਯੋਗ ਨਹੀਂ ਕਰਦੇ, ਆਪਣੀ ਵੋਟ ਦਾ ਪ੍ਰਯੋਗ ਨਹੀਂ ਕਰਦੇ, ਤਾਂ ਇਸ ਤਰੀਕੇ ਦੇ ਨਾਲ ਜੋ ਗਰੀਬੀ ਹੈ ਉਹ ਲੋਕਤੰਤਰ ਲਈ ਖਤਰਾ ਪੈਦਾ ਕਰ ਸਕਦੀ ਹੈ। ਕਈ ਵਾਰ ਧਨਵਾਨ ਵਿਅਕਤੀ ਨੇ, ਜੋ ਪੈਸੇ ਵਾਲੇ ਵਿਅਕਤੀ ਨੇ, ਉਹ ਗਰੀਬਾਂ ਦਾ ਜਿਹੜਾ ਵੋਟ ਹੈ ਉਹ ਖਰੀਦਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ। ਨੈਕਸਟ ਪੁਆਇੰਟ ਹੈ ਜੋ ਹੈ ਉਦਾਸੀਨਤਾ ਜਾਂ ਨਿਰਾਸ਼ਤਾ। ਉਦਾਸੀਨਤਾ ਤੋਂ ਭਾਵ ਹੈ ਕਿ ਇਹ ਸੋਚ ਹੋਣਾ ਕਿ ਆਪਾਂ ਕੀ ਲੈਣਾ, ਉਦਾਸੀਨ ਹੋ ਜਾਣਾ, ਉਸ ਤੋਂ ਪਰੇ ਹੋ ਜਾਣਾ। ਜੋ ਉਦਾਸੀਨ ਤੇ ਆਲਸੀ ਲੋਕ ਨੇ ਉਹ ਸਮਾਜ ਤੇ ਇੱਕ ਭਾਰ ਹੁੰਦੇ ਨੇ। ਉਹ ਲੋਕ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਨਹੀਂ ਲੈਂਦੇ, ਆਪਣੇ ਵੋਟ ਦਾ ਜੋ ਪ੍ਰਯੋਗ ਹੈ ਉਹ ਨਹੀਂ ਕਰ ਪਾਉਂਦੇ। ਜੋ ਰਾਜਨੇਤਾਵਾਂ ਦੀਆਂ ਰੈਲੀਆਂ ਜਾਂ ਭਾਸ਼ਣ ਆਦਿ ਨੇ ਉਹਨਾਂ 'ਚ ਉਹਨਾਂ ਦੀ ਰੁਚੀ ਨਹੀਂ ਹੁੰਦੀ, ਤਾਂ ਅਜਿਹੇ ਲੋਕ ਨੇ ਉਹ ਲੋਕਤੰਤਰ ਦੇ ਲਈ ਖਤਰਾ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਚੰਗੇ ਤੇ ਸੰਗਠਿਤ ਰਾਜਨੀਤਿਕ ਦਲਾਂ ਦਾ ਨਾ ਹੋਣਾ, ਭ੍ਰਿਸ਼ਟਾਚਾਰ ਦਾ ਹੋਣਾ, ਰਾਜਨੀਤਿਕ ਦਲਾਂ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਨਾ ਹੋਣਾ, ਦੇਸ਼ ਭਗਤੀ ਦੀ ਭਾਵਨਾ ਦਾ ਘਟਣਾ
ਅਤੇ ਵਿਰੋਧੀ ਦਲਾਂ ਦੇ ਵਿੱਚ ਸਕਾਰਾਤਮਕ ਸੋਚ ਦੀ ਕਮੀ ਆਦਿ ਵੀ ਸਮੱਸਿਆਵਾਂ ਹਨ ਜੋ ਲੋਕਤੰਤਰ ਦੇ ਰਾਹ ਦੇ ਵਿੱਚ ਰੁਕਾਵਟਾਂ ਪੈਦਾ ਕਰਦੀਆਂ ਹਨ। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਕਿ ਲੋਕਤੰਤਰ ਦੀ ਸਫਲਤਾ ਦੇ ਲਈ ਜੋ ਜ਼ਰੂਰੀ ਸ਼ਰਤਾਂ ਹਨ ਉਹ ਕੀ ਹਨ। ਇਹਨਾਂ ਜ਼ਰੂਰੀ ਸ਼ਰਤਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਪਹਿਲੀ ਗੱਲ ਹੈ ਰਾਜਨੈਤਿਕ ਆਜ਼ਾਦੀ। ਭਾਵ ਜੇ ਲੋਕਤੰਤਰ ਨੂੰ ਕਿਸੇ ਰਾਸ਼ਟਰ ਦੇ ਵਿੱਚ, ਕਿਸੇ ਰਾਜ ਦੇ ਵਿੱਚ, ਕਿਸੇ ਦੇਸ਼ ਦੇ ਵਿੱਚ ਅਸੀਂ ਸਫਲ ਕਰਨਾ ਹੈ ਤਾਂ ਉੱਥੇ ਦੇ ਲੋਕਾਂ ਨੂੰ ਰਾਜਨੈਤਿਕ ਆਜ਼ਾਦੀ ਮਿਲਣਾ ਜ਼ਰੂਰੀ ਹੈ। ਭਾਵ ਲੋਕਤੰਤਰ ਦੀ ਸਫਲਤਾ ਦੇ ਲਈ ਲੋਕਾਂ ਨੂੰ ਭਾਸ਼ਣ ਦੇਣ, ਵਿਚਾਰ ਪ੍ਰਗਟਾਉਣ, ਇਕੱਠੇ ਹੋਣ ਅਤੇ ਸੰਘ ਬਣਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ਦੀ ਆਜ਼ਾਦੀ ਵੀ ਹੋਣੀ ਚਾਹੀਦੀ ਹੈ। ਆਰਥਿਕ ਸਮਾਨਤਾ। ਆਰਥਿਕ ਸਮਾਨਤਾ ਤੋਂ ਭਾਵ ਪੈਸੇ ਦੀ ਸਮਾਨਤਾ ਹੈ। ਜੋ ਆਰਥਿਕ ਅਸਮਾਨਤਾ ਹੈ ਉਹ ਵੱਡੇ ਪੱਧਰ ਤੇ ਇੱਕ ਕ੍ਰਾਂਤੀ ਨੂੰ ਜਨਮ ਦਿੰਦੀ ਹੈ। ਭਾਵੇਂ ਕਿ ਅਸੀਂ ਸਾਰੇ ਸਮਝਦੇ ਹਾਂ ਕਿ ਪੂਰੀ ਤਰ੍ਹਾਂ ਦੇ ਨਾਲ ਆਰਥਿਕ ਸਮਾਨਤਾ ਸੰਭਵ ਨਹੀਂ, ਕਿ ਭਾਵ ਇਹ ਨਹੀਂ ਕਿ ਸਾਰੇ ਹੀ ਵਿਅਕਤੀ ਬਰਾਬਰ ਕਮਾਈ ਕਰਦੇ ਹੋਣ ਜਾਂ ਉਹਨਾਂ ਕੋਲੇ ਜੋ ਬਰਾਬਰ ਸਾਧਨ ਹੋਣ, ਪਰ ਫਿਰ ਵੀ ਹਰ ਵਿਅਕਤੀ ਦੀਆਂ, ਜੇ ਲੋਕਤੰਤਰ ਨੂੰ ਸਫਲ ਕਰਨਾ ਹੈ ਤਾਂ ਹਰ ਇੱਕ ਵਿਅਕਤੀ ਦੀਆਂ ਜੋ ਮੁੱਢਲੀਆਂ ਜ਼ਰੂਰਤਾਂ ਹਨ ਉਹ ਜ਼ਰੂਰ ਪੂਰੀਆਂ ਹੋਣ ਅਤੇ ਇੱਕ ਵਿਅਕਤੀ ਦੂਸਰੇ ਵਿਅਕਤੀ ਦਾ ਕੋਈ ਸ਼ੋਸ਼ਣ ਨਾ ਕਰ ਪਾਵੇ। ਦੇਸ਼ ਦੇ ਜੋ ਆਰਥਿਕ ਸਾਧਨ ਹਨ, ਜੋ ਕਮਾਈ ਦੇ ਸਾਧਨ ਹਨ, ਉਹਨਾਂ ਦਾ ਜੋ ਲਾਭ ਹੈ ਉਹ ਸਾਰੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਦੇਸ਼ ਦਾ ਧਨ ਸਿਰਫ ਥੋੜੇ ਜਿਹੇ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਤੋਂ ਅਗਲੀ ਲੋਕਤੰਤਰ ਦੀ ਸਫਲਤਾ ਲਈ ਜੋ ਜ਼ਰੂਰੀ ਸ਼ਰਤ ਹੈ ਉਹ ਹੈ ਸਮਾਜਿਕ ਸਮਾਨਤਾ। ਜੋ ਸਮਾਜਿਕ ਸਮਾਨਤਾ ਹੈ ਇਹ ਲੋਕਤੰਤਰ ਦੀ ਸਫਲਤਾ ਲਈ ਸਭ ਤੋਂ ਜ਼ਰੂਰੀ ਸ਼ਰਤ ਹੈ। ਸਮਾਜ ਦੇ ਵਿੱਚ ਨਸਲ ਦੇ ਆਧਾਰ ਤੇ, ਧਰਮ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ, ਜਨਮ ਦੇ ਆਧਾਰ ਤੇ ਜਾਂ ਜਾਤੀ ਦੇ ਆਧਾਰ ਤੇ ਕੋਈ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ। ਭਾਵ ਸਮਾਜ ਦੇ ਵਿੱਚ ਭਾਵੇਂ ਵਿਅਕਤੀ ਕਿਸੇ ਵੀ ਨਸਲ ਦਾ ਹੈ, ਕਿਸੇ ਵੀ ਧਰਮ ਦਾ ਹੈ, ਭਾਵੇਂ ਔਰਤ ਹੈ, ਭਾਵੇਂ ਆਦਮੀ ਹੈ, ਭਾਵੇਂ ਕਿਸੇ ਵੀ ਜਾਤੀ ਦਾ ਹੈ, ਇਹਨਾਂ ਕਿਸੇ ਵੀ ਆਧਾਰ ਦੇ ਉੱਪਰ ਕੋਈ ਵੀ ਭੇਦਭਾਵ ਨਾ ਹੋਵੇ ਅਤੇ ਸਮਾਜਿਕ ਤੌਰ ਦੇ ਉੱਪਰ ਸਾਰੇ ਲੋਕ ਸਮਾਨ ਹੋਣ, ਤਾਂ ਹੀ ਜਿਹੜਾ ਲੋਕਤੰਤਰ ਹੈ ਉਸ ਨੂੰ ਸਫਲ ਕੀਤਾ ਜਾ ਸਕਦਾ ਹੈ। ਲੋਕਤੰਤਰ ਦੀ ਸਫਲਤਾ ਦੇ ਲਈ ਇੱਕ ਹੋਰ ਬਹੁਤ ਜ਼ਰੂਰੀ ਸ਼ਰਤ ਪੜ੍ਹੇ ਲਿਖੇ ਨਾਗਰਿਕ। ਅਸੀਂ ਪਹਿਲਾਂ ਹੀ ਗੱਲ ਕੀਤੀ ਸੀ ਲੋਕਤੰਤਰ ਦੀਆਂ ਰੁਕਾਵਟਾਂ ਦੇ ਵਿੱਚ ਕਿ ਜੋ ਅਨਪੜ੍ਹ ਵਿਅਕਤੀ ਹੈ ਉਹ ਲੋਕਤੰਤਰ ਨੂੰ ਸਫਲ ਬਣਾਉਣ ਦੇ ਵਿੱਚ ਰੁਕਾਵਟ ਹੁੰਦਾ ਹੈ, ਕਿਉਂਕਿ ਅਨਪੜ੍ਹ ਵਿਅਕਤੀ ਨੂੰ ਦੇਸ਼ ਦੀ ਸਮੱਸਿਆਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਜਦ ਕਿ ਜੋ ਪੜ੍ਹਿਆ ਲਿਖਿਆ ਵਿਅਕਤੀ ਹੈ ਉਹ ਲੋਕਤੰਤਰ ਨੂੰ ਸਫਲ ਬਣਾਉਂਦਾ ਹੈ। ਸਿਰਫ ਇੱਕ ਪੜ੍ਹਿਆ ਲਿਖਿਆ ਜੋ ਵਿਅਕਤੀ ਹੈ, ਜੋ ਪੜ੍ਹੇ ਲਿਖੇ ਲੋਕ ਹਨ, ਉਹ ਹੀ ਦੇਸ਼ ਦੀਆਂ ਆਰਥਿਕ, ਪੈਸੇ ਨਾਲ ਸੰਬੰਧਿਤ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਨੂੰ ਸਮਝ ਸਕਦੇ ਹਨ ਅਤੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜੋ ਸਿੱਖਿਆ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਦਾਰਵਾਦੀ ਰੁਚੀਆਂ ਪੈਦਾ ਕਰਦੀ ਹੈ ਅਤੇ ਉਦਾਰਵਾਦੀ ਜੋ ਵਿਚਾਰ ਨੇ ਉਹ ਲੋਕਤੰਤਰ ਦੀ ਸਫਲਤਾ ਦੇ ਲਈ ਅਤਿਅੰਤ ਜ਼ਰੂਰੀ ਹਨ। ਇਸ ਤੋਂ ਬਾਅਦ ਜੋ ਅਗਲਾ ਪੁਆਇੰਟ ਉਹ ਹੈ ਨੈਤਿਕ ਆਚਰਣ। ਜੋ ਉੱਚੇ ਨੈਤਿਕ ਆਚਰਣ ਵਾਲੇ ਲੋਕ ਹਨ ਉਹ ਲੋਕਤੰਤਰ ਨੂੰ ਸਫਲਤਾ ਵੱਲ ਲੈ ਕੇ ਜਾਂਦੇ ਹਨ। ਜੇ ਦੇਸ਼ ਦੇ ਲੋਕ ਰਾਜਨੀਤਿਕ ਨੇਤਾ ਭ੍ਰਸ਼ਟ ਹੋਣ ਤਾਂ ਜੋ ਲੋਕਤੰਤਰ ਹੈ ਉਹ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢੇਰੀ ਹੋ ਜਾਵੇਗਾ। ਭਾਵ ਕਿ ਨੈਤਿਕ ਆਚਰਣ ਤੋਂ ਬਿਨਾਂ ਲੋਕਤੰਤਰ ਸਫਲ
नहीं हो सकता। इस तो बाद 6वां पॉइंट चेतन नागरिक। जो चेतन ਅਤੇ ਜਾਗਰੂਕ ਨਾਗਰਿਕ ਹੁੰਦੇ ਹਨ, ਆਲੇ ਦੁਆਲੇ ਦੀ ਖਬਰ ਰੱਖਦੇ ਹਨ, ਉਹ ਲੋਕਤੰਤਰ ਨੂੰ ਸਫਲ ਬਣਾਉਂਦੇ ਹਨ। ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ। ਇਹਦੇ ਨਾਲ ਨਾਲ ਆਪਣੇ ਕਰਤੱਵਾਂ ਦੀ ਵੀ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ। ਜੇ ਸਾਡੇ ਦੇਸ਼ ਦੇ ਨਾਗਰਿਕ ਚੇਤਨ ਨਹੀਂ ਤਾਂ ਕੋਈ ਵੀ ਸਰਕਾਰ ਤਾਨਾਸ਼ਾਹ ਬਣ ਸਕਦੀ ਹੈ। ਇਸ ਤੋਂ ਬਾਅਦ ਚੰਗੇ ਨੇਤਾ। ਲੋਕਤੰਤਰ ਦੀ ਸਫਲਤਾ ਦੇ ਲਈ ਬੁੱਧੀਮਾਨ, ਇਮਾਨਦਾਰ ਅਤੇ ਚੰਗੇ ਨੇਤਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨੇਤਾਵਾਂ ਦੇ ਵਿੱਚ ਸਹੀ ਫੈਸਲੇ ਲੈਣ ਦੀ ਸ਼ਕਤੀ ਹੋਣੀ ਚਾਹੀਦੀ ਹੈ ਅਤੇ ਸਾਡੇ ਨੇਤਾਵਾਂ ਦਾ ਜੋ ਆਚਰਣ ਹੈ ਉਹ ਉੱਚਾ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਵਿੱਚ ਪਹਿਲ ਕਦਮੀ ਕਰਨ ਦਾ, ਕਿਸੇ ਕੰਮ ਨੂੰ ਸ਼ੁਰੂਆਤ ਕਰਨ ਦਾ ਜੋ ਗੁਣ ਹੈ ਉਹ ਹੋਣਾ ਚਾਹੀਦਾ ਹੈ। ਲੋਕਤੰਤਰ ਦੀ ਸਫਲਤਾ ਲਈ ਇੱਕ ਹੋਰ ਜ਼ਰੂਰੀ ਸ਼ਰਤ ਹੈ ਸਥਾਨਕ ਸਵੈ ਸਰਕਾਰ ਦੀਆਂ ਸੰਸਥਾਵਾਂ, ਜਿਵੇਂ ਕਿ ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ, ਜ਼ਿਲ੍ਹਾ ਪਰਿਸ਼ਦ ਅਤੇ ਨਗਰ ਪਾਲਿਕਾ। ਇਹ ਲੋਕਾਂ ਨੂੰ ਪ੍ਰਸ਼ਾਸਨ ਨੂੰ ਚਲਾਉਣ ਦੀ ਕਲਾ ਦੀ ਸਿੱਖਿਆ ਦਿੰਦੀਆਂ ਹਨ। ਨਿਆਂਪਾਲਿਕਾ ਦੀ ਸੁਤੰਤਰਤਾ ਵੀ ਲੋਕਤੰਤਰ ਦੇ ਲਈ ਬਹੁਤ ਜ਼ਰੂਰੀ ਹੈ। ਨਿਆਂਪਾਲਿਕਾ ਇਮਾਨਦਾਰ ਅਤੇ ਨਿਡਰ ਹੋਵੇ ਅਤੇ ਉਹ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਕਰੇ। ਸੁਤੰਤਰ ਤੇ ਇਮਾਨਦਾਰ ਨਿਆਂਪਾਲਿਕਾ ਸਰਕਾਰ ਦੀ ਨਿਰੰਕੁਸ਼ਤਾ ਤੇ ਰੋਕ ਲਗਾ ਲੈਂਦੀ ਹੈ। ਭਾਵ ਸਰਕਾਰ ਨੂੰ ਆਪ ਹੁਦਰਾ ਨਹੀਂ ਬਣਨ ਦਿੰਦੀ। ਕਾਨੂੰਨ ਦਾ ਸ਼ਾਸਨ। ਕਾਨੂੰਨ ਦਾ ਸ਼ਾਸਨ ਲੋਕਤੰਤਰ ਦੀ ਸਫਲਤਾ ਲਈ ਅਤਿਅੰਤ ਜ਼ਰੂਰੀ ਹੈ। ਕਾਨੂੰਨ ਦੇ ਸ਼ਾਸਨ ਤੋਂ ਭਾਵ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ। ਕਿਸੇ ਨੂੰ ਵੀ ਪੱਖਪਾਤੀ ਢੰਗ ਨਾਲ ਸਜ਼ਾ ਨਹੀਂ ਮਿਲਣੀ ਚਾਹੀਦੀ। ਕਾਨੂੰਨ ਦੇ ਸਾਹਮਣੇ ਸਾਰੇ ਵਿਅਕਤੀ ਬਰਾਬਰ ਹਨ। ਇਸ ਤੋਂ ਅਗਲਾ ਪੁਆਇੰਟ ਹੈ ਸ਼ਕਤੀਆਂ ਦਾ ਵਿਕੇਂਦਰੀਕਰਨ। ਭਾਵ ਲੋਕਤੰਤਰ ਲਈ ਸਫਲਤਾ ਲਈ ਜ਼ਰੂਰੀ ਹੈ ਕਿ ਸ਼ਕਤੀਆਂ ਦਾ ਕੇਂਦਰੀਕਰਨ ਨਾ ਹੋਵੇ, ਭਾਵ ਸ਼ਕਤੀਆਂ ਨੂੰ ਵੰਡਿਆ ਜਾਵੇ। ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਨਾਲ ਸਰਕਾਰ ਦਾ ਕੋਈ ਵੀ ਅੰਗ ਜਾਂ ਕੋਈ ਵੀ ਅਧਿਕਾਰੀ ਨਿਰੰਕੁਸ਼ ਨਹੀਂ ਬਣ ਸਕਦਾ। ਇਸ ਤੋਂ ਅਗਲਾ ਪੁਆਇੰਟ ਹੈ ਸਿਧਾਂਤ ਤੇ ਆਧਾਰਿਤ ਸੰਗਠਿਤ ਰਾਜਨੀਤਿਕ ਦਲ। ਰਾਜਨੀਤਿਕ ਦਲ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਹ ਲੋਕਤੰਤਰ ਦੀ ਸਥਿਰਤਾ ਅਤੇ ਮਜ਼ਬੂਤੀ ਲਿਆਉਂਦੇ ਹਨ। ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰਾਜਨੀਤਿਕ ਦਲ ਹਨ। ਜੇਕਰ ਕਿਸੇ ਦੇਸ਼ ਦੇ ਰਾਜਨੀਤਿਕ ਦਲ ਸਿਧਾਂਤਾਂ ਤੇ ਆਧਾਰਿਤ ਹਨ ਅਤੇ ਚੰਗੀ ਤਰ੍ਹਾਂ ਸੰਗਠਿਤ ਹਨ ਤਾਂ ਉਹ ਉਸ ਦੇਸ਼ ਦੇ ਲੋਕਤੰਤਰ ਨੂੰ ਸਫਲ ਬਣਾ ਸਕਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਲੋਕਤੰਤਰ ਦੀਆਂ ਕਿਸਮਾਂ ਦੀ। ਲੋਕਤੰਤਰ ਦੀਆਂ ਮੁੱਖ ਤੌਰ ਤੇ ਦੋ ਕਿਸਮਾਂ ਹਨ, ਇੱਕ ਪ੍ਰਤੱਖ ਅਤੇ ਇੱਕ ਅਪ੍ਰਤੱਖ। ਬਹੁਤ ਸਾਰੇ ਲੋਕਾਂ ਦੇ ਵਿੱਚ ਅਪ੍ਰਤੱਖ ਲੋਕਤੰਤਰ ਹੀ ਅਪਣਾਇਆ ਗਿਆ ਹੈ ਕਿਉਂਕਿ ਲੋਕਾਂ ਦੀ ਬਹੁਤ ਜ਼ਿਆਦਾ ਗਿਣਤੀ ਹੋਣ ਦੇ ਕਾਰਨ ਪ੍ਰਤੱਖ ਲੋਕਤੰਤਰ ਸੰਭਵ ਨਹੀਂ। ਇਹ ਪ੍ਰਤੱਖ ਲੋਕਤੰਤਰ ਉਦੋਂ ਸੰਭਵ ਸੀ ਜਦੋਂ ਰਾਜਾਂ ਦੀ ਆਬਾਦੀ ਹਜ਼ਾਰਾਂ ਵਿੱਚ ਸੀ ਅਤੇ ਛੋਟੇ-ਛੋਟੇ ਰਾਜ ਹੁੰਦੇ ਸੀ, ਜਿਵੇਂ ਯੂਨਾਨ ਦੇ ਰਾਜ। ਇਸ ਦੇ ਨਾਲ ਹੀ ਅੱਜ ਦੇ ਇਸ ਜਮਾਤ ਦੀ ਸਮਾਪਤੀ ਹੁੰਦੀ ਹੈ। ਉਮੀਦ ਹੈ ਤੁਸੀਂ ਸਾਰਿਆਂ ਨੇ ਬਹੁਤ ਧਿਆਨ ਦੇ ਨਾਲ ਇਸ ਪਾਠ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਣੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।